सो वेलकम स्टूडेंट्स। सो आज हम जो हमारा रिमेनिंग चैप्टर रहता था, अब हम उसे जो है कंप्लीट करेंगे। मैंने अपनी प्रीवियस वीडियो में जो है लोक कलावां के बारे में जो उसके लॉन्ग क्वेश्चन थे वो एक्सप्लेन कर दिए थे एज अ चैप्टर। ठीक है, अगर आपने नहीं देखी तो वो मेरे चैनल पे आप देख सकते हो। ठीक है, तो उसके बाद हम बात करते हैं लोक कथा ते शास्त्रीय कला विच की अंतर है। ठीक है, लोक कला ते शास्त्रीय कला विच की अंतर है। ਲੋਕ ਕਲਾ ਦੇ ਜਨਮ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਦੀ ਸੁਹਜ ਅਤੇ ਸਾਦਗੀ ਕਲਾਤਮਕ ਗੁਣਾਂ ਵਿੱਚੋਂ ਹੋਇਆ ਹੈ। ਲੋਕ ਕਲਾ ਆਦਿ ਮਾਨਵ ਤੋਂ ਹੀ ਮਨੁੱਖ ਦੀ ਮਾਨਸਿਕ ਪ੍ਰਾਪਤੀ ਦਾ ਸਾਧਨ ਸਹੀ ਹੈ। ਇਸ ਤਰ੍ਹਾਂ ਲੋਕ ਕਲਾ ਪ੍ਰਾਚੀਨ ਦੀ ਪਰੰਪਰਾ ਹੈ। ਯਾਨੀ ਕਿ ਸਿੰਪਲ ਵਿੱਚ ਅਗਰ ਆਪਾਂ ਲੋਕ ਕਲਾ ਦੇਖੀ ਜਾਈਏ ਤੇ ਉਹ ਕੰਮਾਂ ਦੀ ਸੁਹਜ, ਸਾਦਗੀ ਅਤੇ ਕਲਾਤਮਕ ਗੁਣਾਂ ਵਿੱਚੋਂ ਹੀ ਜਿਹੜੀ ਆ ਸਾਡੀ ਸ਼ਾਸਤਰੀ ਕਲਾ ਨਿਕਲ ਕੇ ਆਈ ਹੈ। ਠੀਕ ਹੈ, ਇਸ ਤਰ੍ਹਾਂ ਲੋਕ ਕਲਾ ਪ੍ਰਾਚੀਨ ਪਰੰਪਰਾ ਹੈ। ਉਦਾਹਰਨ ਲਈ ਪ੍ਰਾਚੀਨ ਸਿੰਧ ਘੰਟੇ ਦੀ ਖੁਦਾਈ ਵਿੱਚੋਂ ਮਿਲੀਆਂ ਮੂਰਤੀਆਂ, ਗਹਿਣੇ, ਠੀਕਰੀਆਂ, ਮੋਹਰਾਂ ਤੇ ਉੱਤਰੀ ਚਿੱਤਰ, ਮਿੱਟੀ ਦੇ ਭਾਂਡੇ ਅਤੇ ਅੰਕਿਤ ਚਿੱਤਰਕਾਰੀ ਅਤੇ ਨਮੂਨੇ ਨਾਚੀ ਦੀ ਯਾਨੀ ਕਿ ਉਹ ਉਹਦੇ 'ਚ ਜੇਕਰ ਤੁਸੀਂ 11 ਵਿੱਚ ਹਿਸਟਰੀ ਪੜ੍ਹੀ ਹੋਏਗੀ ਤਾਂ ਤੁਹਾਨੂੰ ਯਾਦ ਰਹੇਗਾ ਕਿ ਜਿਹੜੀ ਕਿ ਉੱਥੇ ਨਾਚੀ ਮਤਲਬ ਕਿ ਨਾਚਣ ਵਾਲੀ ਉੱਥੇ ਇੱਕ ਮੂਰਤੀ ਮਿਲੀ ਸੀਗੀ। ਉਹ ਉੱਦਾਂ ਦੀ ਮਤਲਬ ਉਹਨਾਂ ਨੂੰ ਕਾਫੀ ਸਾਰੀ ਜਿਹੜੀ ਖੁਦਾਈ ਵਿੱਚ ਮੂਰਤੀਆਂ ਮਿਲੀਆਂ ਸੀਗੀਆਂ, ਉਹ ਜੋ ਕਿ ਪੰਜਾਬ ਦੀ ਪ੍ਰਾਚੀਨ ਲੋਕ ਕਲਾ ਨੂੰ ਪ੍ਰਗਟ ਕਰਦੇ ਹਨ ਅਤੇ ਉੱਥੇ ਪੰਜਾਬ ਦੀ ਲੋਕ ਕਲਾ ਨੂੰ ਕਲਾਤਮਕ ਵਿਰਸੇ ਨਾਲ ਵੀ ਜੋੜਦੇ ਹਨ। ਅਜਿਹੀ ਕਲਾ ਜੋ ਕਿਸੇ ਸਮਾਨ ਪਰੰਪਰਾ ਵੱਲੋਂ ਸੱਭਿਆਚਾਰ, ਦੁਬਾਰਾ ਆਪਾਂ ਐਂ ਪੜ੍ਹਾਂਗੇ ਕਿ ਅਜਿਹੀ ਕਲਾ ਜੋ ਕਿਸੇ ਸਮਾਨ ਪਰੰਪਰਾ ਵਾਲੇ ਸੱਭਿਆਚਾਰ ਦੇ ਮਨੁੱਖ ਸਮੂਹ ਦੀਆਂ ਮਾਨਸਿਕ ਭਾਵਨਾਵਾਂ ਨੂੰ ਪ੍ਰਗਟਾਉਂਦੀ ਹੋਵੇ ਅਤੇ ਵਿਰਸੇ ਵਿੱਚੋਂ ਪ੍ਰਾਪਤ ਹੁੰਦੀ ਹੈ, ਲੋਕ ਕਲਾ ਕਹਿਲਾਉਂਦੀ ਹੈ। ਯਾਨੀ ਕਿ ਇੱਕ ਇਹੋ ਜਿਹੀ ਕਲਾ ਜੋ ਕਿ ਸਮਾਨ ਪਰੰਪਰਾ, ਇੱਕ ਪਰੰਪਰਾ ਵਿੱਚ ਚੱਲਦੀ ਹੋਈ, ਠੀਕ ਹੈ, ਇੱਕ ਸੱਭਿਆਚਾਰਕ ਮਨੁੱਖ ਦੇ ਲਈ ਉਹਦੀਆਂ ਮਾਨਸਿਕ ਭਾਵਨਾਵਾਂ ਨੂੰ ਪ੍ਰਗਟਾਉਂਦੀ ਹੋਈ ਅਤੇ ਵਿਰਸੇ ਵਿੱਚੋਂ ਪ੍ਰਾਪਤ ਜਿਹੜੀ ਹੁੰਦੀ ਹੈ ਉਹਦੀ ਮਾਨਸਿਕ ਭਾਵਨਾਵਾਂ ਨੂੰ ਪ੍ਰਗਟਾਉਂਦੀ ਹੋਈ। ਯਾਨੀ ਕਿ ਸਾਡੇ ਸੱਭਿਆਚਾਰ ਦੇ ਵਿੱਚ, ਸਾਡੀਆਂ ਲੋਕ ਕਲਾਵਾਂ ਵਿੱਚ ਜਿਹੜਾ ਸਾਡਾ ਵਾ ਸੱਭਿਆਚਾਰ ਵੀ ਸਾਨੂੰ ਦਿਖਾਈ ਦਿੰਦਾ ਹੈ। ਠੀਕ ਹੈ, ਉਹਨਾਂ ਨੂੰ ਦਿਖਾਉਂਦੀ ਹੋਈ ਉਹ ਵਿਰਸੇ ਵਿੱਚੋਂ ਪ੍ਰਾਪਤ ਹੁੰਦੀ ਹੈ ਜਿਹੜੀ ਕਿ ਸਾਡੀ ਲੋਕ ਕਲਾ ਹੈ। ਸਰਲਤਾ ਅਤੇ ਸਾਦਗੀ ਲੋਕ ਕਲਾ ਦੇ ਵਿਸ਼ੇਸ਼ ਗੁਣ ਹਨ। ਪੰਜਾਬ ਦੀ ਲੋਕ ਕਲਾ ਭਾਵੇਂ ਨਿਰੰਤਰ ਪਰਿਵਰਤਨਸ਼ੀਲ ਹੈ, ਪਰ ਇਹ ਸਦਾ ਸੰਵੇਦਨਸ਼ੀਲ, ਸਦਾ ਅਤੇ ਮਾਨਵੀ ਮੁੱਲਾਂ ਵਾਲੀ ਰਹੀ ਹੈ। ਸ਼ਾਸਤਰੀ ਕਲਾ। ਹੁਣ ਸ਼ਾਸਤਰੀ ਕਲਾ ਕੀ ਹੈ? ਆਪਾਂ ਅੱਛੀ ਤਰ੍ਹਾਂ ਦੇਖ ਲਿਆ ਕਿ ਲੋਕ ਕਲਾ ਕੀ ਹੈ। ਠੀਕ ਹੈ, ਜਿਹੜੀ ਕਿ ਸਾਡੇ ਸੱਭਿਆਚਾਰਕ ਵਿਰਸੇ ਨਾਲ ਸੰਬੰਧਿਤ ਹੁੰਦੀ ਹੈ। ਠੀਕ ਹੈ, ਤੇ ਸਾਡੀ ਮਾਨਸਿਕ ਭਾਵਨਾਵਾਂ ਨੂੰ ਦਿਖਾਉਂਦੀ ਹੈ, ਯਾਨੀ ਕਿ ਜੋ ਐਕਚੁਅਲ ਵਿੱਚ ਹੈ। ਜੇਕਰ ਅਸੀਂ ਪੰਜਾਬੀ ਹਾਂ ਤਾਂ ਸਾਡੀ ਜੋ ਐਕਚੁਅਲ ਵਿੱਚ ਅਸੀਂ ਹੈ, ਸਾਡਾ ਸੱਭਿਆਚਾਰ ਉਹੀ ਪ੍ਰਗਟ ਕਰਦਾ ਹੈ। ਠੀਕ ਹੈ, ਸ਼ਾਸਤਰੀ ਕਲਾ। ਜਿਵੇਂ ਲੋਕ ਕਲਾ ਵਿੱਚ ਨਿਖਾਰ ਆਉਂਦਾ ਗਿਆ, ਉਹ ਤਿਵੇਂ ਕਲਾ ਦੇ ਨਿਯਮ ਬਣਦੇ ਗਏ। ਜਿਸ ਕਲਾ ਦਾ ਲਿਖਤ ਸ਼ਾਸਤਰ ਬਣ ਗਿਆ, ਉਹ ਲੋਕ ਕਲਾ ਸ਼ਾਸਤਰੀ ਕਲਾ ਦੇ ਘੇਰੇ ਵਿੱਚ ਚਲੀ ਗਈ। ਲਾਈਨ ਵਿੱਚ ਜਰਾ ਥੋੜ੍ਹਾ ਜਿਹਾ ਗੌਰ ਕਰੋ ਕਿ ਜੇ ਕਿ ਲਿਖਤੀ ਸ਼ਾਸਤਰ ਬਣ ਗਿਆ, ਯਾਨੀ ਕਿ ਜਿਹੜਾ ਸ਼ਾਸਤਰ ਲਿਖਿਆ ਗਿਆ ਉਹ ਜਿਹੜਾ ਵਾ ਲਿਖਤੀ ਸ਼ਾਸਤਰ ਕਲਾ ਦੇ ਘੇਰੇ ਵਿੱਚ ਆ ਗਿਆ। ਇਹ ਕਲਾ ਭਾਵੇਂ ਨਾਚ ਹੋਣ ਜਾਂ ਚਿੱਤਰਕਾਰੀ, ਠੀਕ ਹੈ, ਇਹ ਜਿਹੜੀ ਕਲਾ ਹੋਵੇ ਭਾਵੇਂ ਨਾਚ ਹੋਵੇ, ਚਾਹੇ ਕੋਈ ਨ੍ਰਿਤਕ ਹੋਵੇ, ਚਾਹੇ ਚਿੱਤਰਕਾਰੀ ਹੋਵੇ, ਯਾਨੀ ਕਿ ਪੇਂਟਿੰਗਸ ਹੋਵੇ। ਇੱਥੇ ਗੱਲ ਸਪਸ਼ਟ ਕਰ ਦੇਣੀ ਚਾਹੀਦੀ ਹੈ ਕਿ ਸ਼ਾਸਤਰੀ ਕਲਾ ਜਿੱਥੇ ਬੱਝਵੇਂ ਨਿਯਮਾਂ ਵਾਲੀ ਹੈ, ਉੱਥੇ ਲੋਕ ਕਲਾ ਦੇ ਨਿਯਮ ਲਚਕੀਲੇ ਹੁੰਦੇ ਹਨ। ਯਾਨੀ ਕਿ ਬੱਝਵੇਂ ਮਤਲਬ ਕਿ ਇਹਨਾਂ ਵਿੱਚ ਰੂਲਸ ਨੇ, ਡਾਂਸ ਲਈ ਪੇਂਟਿੰਗਸ ਨੇ, ਕੁਛ ਨਿਯਮਸ ਨੇ, ਰੂਲਸ ਨੇ ਕਿ ਇਹ ਕਿਵੇਂ ਕਰੀ ਜਾਂਦੀ ਹੈ। ਪਰ ਸਾਡੀ ਲੋਕ ਕਲਾ ਦੇ ਜਿਹੜੇ ਨਿਯਮ ਨੇ ਉਹ ਕਾਫੀ ਲਚਕੀਲੇ ਨੇ। ਠੀਕ ਹੈ, ਤਾਂ ਸਾਡੇ ਨਾਲ ਕਾਫੀ ਰਲਦੇ ਮਿਲਦੇ ਨੇ। ਲੋਕ ਕਲਾ ਅਤੇ ਸ਼ਾਸਤਰੀ ਕਲਾ ਵਿੱਚ ਸੁਹਜ ਦੀ ਤਾਂਘ ਅਤੇ ਮਨੋਰੰਜਨ ਜਿਹੇ ਗੁਣ ਹੁੰਦੇ ਨੇ। ਇਹ ਬਿਲਕੁਲ ਸਹੀ ਹੈ। ਠੀਕ ਹੈ, ਗ੍ਰਾਫ ਤੋਂ ਆਪਾਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਲੋਕ ਕਲਾ ਦੇ ਜੋ ਨੇ, ਲੋਕ ਕਲਾ ਤੇ ਸ਼ਾਸਤਰੀ ਕਲਾ ਦੇ ਵਿੱਚ ਕੀ ਅੰਤਰ ਹੈ। ਜਿਵੇਂ ਕਿ ਆਪਾਂ ਲੋਕ ਕਲਾ ਵਿੱਚ ਦੇਖ ਸਕਦੇ ਹਾਂ, ਪ੍ਰਾਚੀਨ ਪਰੰਪਰਾਵਾਂ, ਲਚਕੀਲੇ ਨਿਯਮ, ਸੰਵੇਦਨਸ਼ੀਲ, ਸਾਦਗੀ ਅਤੇ ਮਾਨਵੀ ਮੁੱਲਾਂ ਵਾਲੀ ਹੈ। ਲਿਖਤੀ ਸ਼ਾਸਤਰ ਵਿੱਚ ਕੀ ਆ ਜਾਂਦਾ ਵਾ? ਬੱਝਵੇਂ ਨਿਯਮ, ਸੁਹਜ ਅਤੇ ਤਾਂਘ ਅਤੇ ਮਨੋਰੰਜਨ, ਲੋਕ ਕਲਾ ਵਾਲੇ ਗੁਣ ਇੱਥੇ ਜਿਹੜੇ ਸਾਨੂੰ ਦੇਖਣ ਨੂੰ ਮਿਲਦੇ ਨੇ। ਠੀਕ ਹੈ, ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਦੀਆਂ ਬਹੁਤੀਆਂ ਕਲਾਵਾਂ ਦੀਆਂ ਸਿਰਜਕ ਇਸਤਰੀਆਂ ਰਹੀਆਂ ਹਨ। ਇਸ ਬਾਰੇ ਖੁੱਲ੍ਹ ਕੇ ਚਾਨਣ ਪਾਓ। ਕਿਵੇਂ? ਪੰਜਾਬ ਦੀਆਂ ਲੋਕ ਕਲਾਵਾਂ ਦੀ ਸਿਰਜਕ ਇਸਤਰੀਆਂ ਰਹੀਆਂ ਹਨ। ਇਸ ਦੇ ਕੀ ਕਾਰਨ ਹਨ? ਕਿ ਜ਼ਿਆਦਾਤਰ ਜਿਹੜੀਆਂ ਲੋਕ ਕਲਾਵਾਂ ਵਾ ਉਹ ਇਸਤਰੀਆਂ ਨੇ ਹੀ ਬਣਾਈਆਂ, ਇਸਤਰੀਆਂ ਨੇ ਹੀ ਉਹਨਾਂ ਨੂੰ ਜੋ ਕੀ ਆ ਬਣਾਇਆ ਹੋਇਆ ਹੈ। ਕਿਵੇਂ?
ਫਸਟ ਪੁਆਇੰਟ ਹੈ ਸਾਡਾ ਕੋਮਲ ਮਨ। ਠੀਕ ਹੈ, ਲੋਕ ਕਲਾਵਾਂ ਸੁਹਜ ਦੀਆਂ ਪ੍ਰਤੀਕ ਹੁੰਦੀਆਂ ਹਨ, ਯਾਨੀ ਕਿ ਉਹਨਾਂ ਵਿੱਚ ਜਿਹੜੀ ਥੋੜ੍ਹੀ ਜਿਹੀ ਸਾਦਗੀ ਚਾਹੀਦੀ, ਥੋੜ੍ਹੇ ਪੇਸ਼ੈਂਸ ਚਾਹੀਦੇ ਨੇ। ਠੀਕ ਹੈ, ਕਿਉਂਕਿ ਇਸਤਰੀਆਂ ਦਾ ਮਨ ਕੋਮਲ ਹੁੰਦਾ ਹੈ, ਸ਼ਾਇਦ ਹੀ ਇਸੇ ਲਈ ਪੰਜਾਬ ਦੀ ਲੋਕ ਕਲਾ ਮੰਗਲ ਕਾਮਨਾ ਦੀ ਭਾਵਨਾ ਨੂੰ ਦਰਸਾਉਂਦੀ ਹੈ। ਲੋਕ ਕਲਾ ਪ੍ਰੇਮ ਭਾਵਨਾ ਵਾਲੀ ਅਡੰਬਰ ਤੋਂ ਮੁਕਤ ਹੁੰਦੀ ਹੈ ਅਤੇ ਲੋਕ ਕਲਾ ਵਿੱਚ ਜੀਵਨ ਦਾ ਸੁਖਾਂਤਿਕ ਪਹਿਲੂ ਸ਼ਾਮਿਲ ਹੁੰਦਾ ਹੈ। ਯਾਨੀ ਕਿ ਇਸਤਰੀਆਂ ਦੇ ਕੋਮਲ ਮਨ ਕਾਰਨ, ਯਾਨੀ ਕਿ ਉਹ ਹਰ ਕੰਮ ਵਿੱਚ, ਜਿਵੇਂ ਕਿ ਅੱਜ ਵੀ ਆਪਾਂ ਦੇਖਦੇ ਹਾਂ ਕਿ ਅੱਜ ਵੀ ਅਸੀਂ ਅਗਰ ਕੋਈ ਮੰਗਲ ਕੰਮ ਸ਼ੁਰੂ ਕਰੀਏ ਤਾਂ ਆਪਾਂ ਇਸਤਰੀ ਨੂੰ ਆਪਣੀ ਇੰਪੋਰਟੈਂਸ ਦਿੰਦੇ ਹਾਂ। ਉਸੇ ਤਰ੍ਹਾਂ ਹੀ ਸਾਡੀ ਲੋਕ ਕਲਾ ਦੇ ਨਿਰਮਾਣ ਵਿੱਚ ਵੀ ਇਸਤਰੀਆਂ ਨੇ ਮੰਗਲ ਕਾਮਨਾ ਦੀ ਭਾਵਨਾ ਨੂੰ ਉੱਪਰ ਰੱਖਿਆ ਹੈ, ਉਹਨਾਂ ਨੇ ਮੰਗਲ ਭਾਵਨਾ ਨੂੰ ਦਰਸਾਇਆ ਹੈ। ਇਸੇ ਕਰਕੇ ਜਿਹੜੀ ਸਾਡੀ ਲੋਕ ਕਲਾ ਵਾ ਉਹ ਪ੍ਰੇਮ ਭਾਵਨਾ ਵਾਲੀ ਅਤੇ ਅਡੰਬਰਾਂ ਤੋਂ ਮੁਕਤ ਹੈ ਅਤੇ ਸਿੰਪਲ ਸਾਦਗੀ ਦੇ ਨਾਲ ਸੁਖਾਂਤਿਕ, ਯਾਨੀ ਕਿ ਸੁੱਖ ਪਹਿਲੂ ਜਿਹੜੇ ਉਹਦੇ 'ਚ ਹੈਗੇ ਨੇ ਉਹ ਸ਼ਾਮਿਲ ਨੇ। ਚੌਗਿਰਦੇ ਵਿੱਚ ਸਮਾਨ ਦੀ ਪ੍ਰਾਪਤੀ। ਠੀਕ ਹੈ, ਲੋਕ ਕਲਾ ਦੀਆਂ ਸਿਰਜਕ ਇਸਤਰੀਆਂ ਹੁਣ, ਕਿਉਂਕਿ ਇਹਨਾਂ ਨੂੰ ਸਮੱਗਰੀ ਨੇੜੇ ਤੋਂ ਚੌਗਿਰਦੇ ਤੋਂ ਹੀ ਮਿਲ ਜਾਂਦੀ ਸੀ, ਯਾਨੀ ਕਿ ਇਹਨਾਂ ਨੇ ਜਿਹੜੀਆਂ ਲੋਕ ਕਲਾ ਦਾ ਨਿਰਮਾਣ ਕੀਤਾ ਸੀਗਾ ਉਹਨਾਂ ਨੂੰ ਆਸ ਪਾਸ ਵਾਲੀ ਮਤਲਬ ਜਿਹੜੀ ਮਟੀਰੀਅਲ ਮਿਲਿਆ ਸੀਗਾ ਉਹਦੇ 'ਚੋਂ ਹੀ ਇਹਨਾਂ ਨੇ ਆਪਣੀ ਲੋਕ ਕਲਾ ਦਾ, ਆਪਣੀ ਲੋੜਾਂ ਨੂੰ ਪੂਰਾ ਕੀਤਾ। ਕਿਵੇਂ? ਇਹ ਜਿਵੇਂ ਕਿ ਆਪਾਂ ਬਾਗ ਫੁਲਕਾਰੀ ਵੇਖਦੇ ਹਾਂ ਆਦਿ ਦੀ ਕਢਾਈ ਹੋਵੇ, ਭਾਵੇਂ ਭਾਂਡੇ ਰੱਖਣ ਵਾਲੀਆਂ ਟਾਟਾਂ, ਯਾਨੀ ਕਿ ਪੜ ਛੱਤੀਆਂ ਹੋਣ। ਠੀਕ ਹੈ, ਬਰਤਨ ਰੱਖਣ ਲਈ ਜਿਹੜੇ ਨੀਚੇ ਟਾਟ ਰੱਖੇ ਜਾਂਦੇ ਨੇ। ਠੀਕ ਹੈ, ਹਾਰ, ਭੜੋਲੇ, ਭੜੋਲੀਆਂ, ਚੁੱਲ੍ਹੇ, ਚੌਂਕੇ ਅਤੇ ਉੱਟ ਜਾਂ ਕੰਧਾਂ ਉੱਤੇ ਮਿੱਟੀ ਭਾਂਡੂ, ਮਿੱਟੀ, ਨੀਲ ਚੂਨੇ, ਹਰ ਮਿਰਚੀ, ਹਲਦੀ, ਕਾਲਖ, ਕੇਸ, ਸਿੰਗਰਫ, ਖੜੀਆਂ ਜਾਂ ਪੀਲੀ ਮਿੱਟੀ ਘੋਲ ਨਾਲ ਅਨੇਕ ਪ੍ਰਕਾਰ ਦੇ ਨਮੂਨੇ ਇਹਨਾਂ ਨੇ ਬਣਾਏ ਹਨ। ਕਿਉਂ ਹੀ ਨਾ, ਮਤਲਬ ਕਿ ਇਹਨਾਂ ਨੇ ਬਣਾਏ ਹਨ। ਇਹ ਸਾਰੀਆਂ ਲੋਕ ਕਲਾਵਾਂ ਸਾਰੀ ਇਸਤਰੀਆਂ ਦੀ ਜਿਹੜੀਆਂ ਸੁਖਾਲੀ ਅਤੇ ਸੌਖੀ ਪ੍ਰਾਪਤ ਹੁੰਦੀ ਹੈ, ਭਾਵੇਂ ਉਹ ਛਿਕੂ, ਕਿਤਕੂ, ਆਲੇ ਦੁਆਲੇ ਖਜੂਰ ਦੇ ਪੱਤੇ ਅਤੇ ਦੱਬ ਹੋਵੇ ਜਾਂ ਭਾਂਡੋ ਮਿੱਟੀ ਅਤੇ ਨੀਲ ਆਦਿ ਦੇ ਰੰਗ ਹੀ ਕਿਉਂ ਨਾ ਹੋਣ। ਇਹ ਸਧਾਰਨ ਵਸਤਾਂ ਜਦੋਂ ਕਿਸੇ ਲੋਕ ਕਲਾ ਦੀ ਵੰਨਗੀ ਵਿੱਚ ਡਲ ਕੇ ਪੇਸ਼ ਹੁੰਦੀਆਂ ਹਨ ਅਤੇ ਪੰਜਾਬੀ ਲੋਕ ਕਲਾ ਦੇ ਗੌਰਵ ਦਾ ਪ੍ਰਾਪਤ ਕਰਦਾ। ਯਾਨੀ ਕਿ ਸਿੰਪਲ ਮੀਨਾ ਕਿ ਜੋ ਇਸਤਰੀਆਂ ਨੂੰ ਜੋ ਵੀ ਉਹਨਾਂ ਨੇ ਲੋਕ ਕਲਾ ਦੀ ਸਿਰਜਣਾ ਕੀਤੀ ਉਹਨਾਂ ਨੂੰ ਚੌਗਿਰਦੇ ਵਿੱਚ ਹੀ ਉਹਨਾਂ ਦੇ ਪ੍ਰਾਪਤ ਹੋਈ, ਆਪਣੇ ਆਲੇ ਦੁਆਲੇ ਵਿੱਚ ਹੀ। ਜੇਕਰ ਉਹਨਾਂ ਨੇ ਬਾਗ ਫੁਲਕਾਰੀ ਦੀ ਕਢਾਈ ਅਗਰ ਉਹਨਾਂ ਨੇ ਬਣਾਈ ਹੈ, ਅਗਰ ਉਹਦਾ ਮਟੀਰੀਅਲ ਵੀ ਉਹਨਾਂ ਨੇ ਲਿੱਤਾ ਹੈ ਤਾਂ ਉਹਨਾਂ ਨੂੰ ਚੌਗਿਰਦੇ ਵਿੱਚੋਂ ਪ੍ਰਾਪਤ ਹੋਇਆ। ਠੀਕ ਹੈ, ਤੁਸੀਂ ਇਹਨੂੰ ਸਿੰਪਲ 3 ਤੋਂ 4 ਲਾਈਨਾਂ ਵਿੱਚ ਲਿਖ ਸਕਦੇ ਹੋ, ਜ਼ਰੂਰੀ ਨਹੀਂ ਤੁਸੀਂ ਇੰਨਾ ਸਾਰਾ ਪੈਰਾ ਲਿਖਣਾ ਹੈ। 3 to 4 ਲਾਈਨਸ ਇਨਫ ਹੈ। ਉਸ ਤੋਂ ਬਾਅਦ ਇਸਤਰੀਆਂ ਦੀ ਰੁਚੀ। ਇਸਤਰੀਆਂ ਦੀ ਰੁਚੀ ਵੀ ਦੇਖ ਲਓ, ਲੋਕ ਕਲਾਵਾਂ ਵਿੱਚ ਇਸਤਰੀਆਂ ਦੀ ਰੁਚੀ ਵਧੇਰੇ ਰਹੀ ਹੈ। ਘਰ ਵਿੱਚ ਨਿੱਤ ਵਰਤੋਂ ਦੀਆਂ ਚੀਜ਼ਾਂ ਇਹਨਾਂ ਨੇ ਬਣਾਈਆਂ। ਘਰ ਨੂੰ ਭਾਵੇਂ ਸਜਾਉਣਾ ਹੋਵੇ, ਫੁੱਲ ਪੱਤਿਆਂ ਦੇ ਨਾਲ ਮੋਰਨੀਆਂ, ਮਿੱਟੀ ਵਿੱਚ ਬਰੀਕ ਤੂੜੀ ਰਲਾ ਕੇ ਕੰਧਾਂ ਹਾਰੀਆਂ ਦੇ ਬਣਾਵੇ, ਉਭੇਰਵੇਂ ਚਿੱਤਕ ਲੋਕ ਕਲਾਵਾਂ ਦੇ ਨਮੂਨੇ ਹਨ। ਯਾਨੀ ਕਿ ਉਹਨਾਂ ਨੇ ਇਹੋ ਜਿਹੇ ਚਿੱਤਰ ਬਣਾਏ ਕਿ ਜਿਹੜੇ ਘਰ ਨੂੰ ਸਜਾਉਂਦੇ ਸੀਗੇ, ਮਤਲਬ ਕਿ ਇਹੋ ਜਿਹੀ ਉਹਨਾਂ ਦੀ ਜਿਹੜੀਆਂ ਕਲਾਵਾਂ ਸੀਗੀਆਂ ਉਹ ਲੋਕ ਕਲਾ ਵਿੱਚ ਨਿਭਰ ਕੇ ਆਈਆਂ। ਇਹ ਤੋਂ ਪਤਾ ਚੱਲਦਾ ਹੈ ਕਿ ਜੇਕਰ ਜਿੱਥੇ ਮਰਦਾਂ ਨੇ ਕਾਫੀ ਸਾਰੇ ਲੋਕ ਕਲਾਵਾਂ ਨੂੰ ਜਨਮ ਦਿੱਤਾ ਹੈ ਉੱਥੇ ਇਸਤਰੀਆਂ ਵੀ ਪਿੱਛੇ ਨਹੀਂ ਨੇ। ਠੀਕ ਹੈ, ਭਾਵੇਂ ਇਹ ਚਿੱਤਰ ਸਾਦੇ ਤੇ ਬਡੌਲ ਲੱਗਦੇ ਸਨ ਪਰ ਇਹ ਬਿਨਾਂ ਕਿਸੇ ਉਚੇਚ ਤੋਂ ਇਸਤਰੀਆਂ ਦੇ ਅਚੇਤ ਮਨ ਦੀ ਸਿਰਜਣਾ ਹੁੰਦੀ ਸੀ। ਇਸਤਰੀਆਂ ਆਪਣੀਆਂ ਰੁਚੀਆਂ ਲੋਕ ਕਲਾਵਾਂ ਵਿੱਚੋਂ ਪ੍ਰਫੁੱਲਿਤ ਕਰਦੀਆਂ ਸਨ। ਯਾਨੀ ਕਿ ਸਿੱਧਾ ਅਗਰ ਆਪਾਂ ਦੇਖਿਆ ਜਾਵੇ ਤੇ ਭਾਵੇਂ ਉਹ ਜਿਹੜੇ ਚਿੱਤਰ ਕਾਫੀ ਸਾਰੇ ਕੰਧਾਂ ਉੱਤੇ ਉਰੇੜਦੀਆਂ ਹੋਣਗੀਆਂ ਕਿ ਭਾਵੇਂ ਉਹ ਚਿੱਤਰ ਜਿਹੜੇ ਸੀਗੇ ਸਾਦੇ ਤੇ ਬਡੌਲ ਲੱਗਦੇ ਸੀਗੇ, ਯਾਨੀ ਕਿ ਉਹਨੇ ਕੁਝ ਖਾਸ ਨਹੀਂ ਸੀਗੇ, ਬਟ ਫਿਰ ਵੀ ਉਹ ਜਿਹੜੇ ਕਿ ਉਹਨਾਂ ਦੀ ਇੰਟਰਸਟ ਨੂੰ, ਉਹਨਾਂ ਦੀ ਲੋਕ ਕਲਾਵਾਂ ਨੂੰ ਪ੍ਰਫੁੱਲਿਤ ਕਰਦੇ ਸੀਗੇ। ਠੀਕ ਹੈ, ਧੀਰੇ ਧੀਰੇ ਜੋ ਕਿ ਉਹਨਾਂ ਨੇ ਆਪਣੀ ਇਸ ਕੰਮ ਵਿੱਚ ਮਹਾਰਤਾਂ ਹਾਸਿਲ ਕਰਕੇ, ਜ਼ਰੂਰੀ ਨਹੀਂ ਕਿ ਹਰ ਕਿਸੇ ਇਸਤਰੀ ਨੇ ਜ਼ਿਆਦਾ ਹੀ ਬੁਰੇ ਬਣਾਏ ਹੋਣਗੇ, ਬਟ ਕੁਝ ਕੁ ਇਸਤਰੀਆਂ ਨੇ ਕਾਫੀ ਵਧੀਆ ਤਰੀਕੇ ਨਾਲ ਇਸ ਚੀਜ਼ ਨੂੰ ਕੀਤਾ ਹੋਏਗਾ। ਜਿਸ ਕਰਕੇ ਹੀ ਜਿਹੜੀ ਲੋਕ ਕਲਾਵਾਂ ਇੱਥੋਂ ਆਰੰਭ ਹੋਈਆਂ। ਠੀਕ ਹੈ, ਮਰਦਾਂ ਦੇ ਮੁਕਾਬਲੇ ਇਸਤਰੀਆਂ ਕੋਲ ਸਮਾਂ ਵਧੇਰਾ ਹੋਣ ਕਰਕੇ ਉਹਨਾਂ ਦਾ ਕੋਮਲ ਮਨ ਕਲਾਵਾਂ ਸਿਰਜਣਾ ਵੱਲ ਰੁਚਿਤ ਹੋ ਗਿਆ। ਉਹ ਕਿ ਅਲੱਗ ਅਲੱਗ ਤਰੀਕੇ ਨਾਲ ਆਪਣੇ ਘਰਾਂ ਨੂੰ ਸਜਾਉਂਦੀਆਂ ਸੀਗੀਆਂ, ਆਪਣੇ ਲਈ ਬਾਗ ਫੁਲਕਾਰੀਆਂ ਨੂੰ ਕੱਢਦੀਆਂ ਸੀਗੀਆਂ। ਠੀਕ ਹੈ, ਮੰਗਲ ਕਾਰਜਾਂ ਵਿੱਚ ਵੀ ਸਾਂਝੇ ਅਤੇ ਉਹੀ ਵੀ ਮਾਤਾ ਦੇ ਚਿੱਤਰ ਬਣਾ ਕੇ ਉਹਨਾਂ ਨੇ ਆਪਣੀ ਕਲਾ ਦਾ ਜਿਹੜਾ ਸਭ ਤੋਂ ਉੱਤਮ ਵਰਤੋਂ ਕੀਤੀ ਅਤੇ ਸਭ ਤੋਂ ਵਧੀਆ ਉਹਨਾਂ ਨੇ ਐਗਜ਼ਾਮਪਲ ਆਪਣੇ ਲਈ ਸੈਂਡ ਕੀਤੀ। ਇੱਕਦਮ ਅੱਛੀ ਐਗਜ਼ਾਮਪਲ ਜਿਹੜੀ ਉਹਨਾਂ ਨੇ ਆਪਣੇ ਲਈ ਸੈੱਟ ਕਰ ਦਿੱਤੀ ਸੀ। ਹੁਣ ਆਪਾਂ ਕਹਿੰਦੇ ਆ ਕਿ ਉਹਨਾਂ ਨੇ ਹੁਣ ਸਾਨੂੰ ਪ੍ਰਸ਼ਨ ਕੀਤਾ ਹੈ ਕਿ ਇਸ ਪਾਠ ਦੇ ਆਧਾਰ 'ਤੇ ਦੱਸੋ ਕਿ ਬਾਗ ਦੀ ਕਢਾਈ ਲੋਕ ਕਲਾ ਦੀ ਵਿਸ਼ੇਸ਼ ਕਿਸਮ ਹੈ, ਦੱਸੋ ਕਿਵੇਂ। ਲੋਕ ਕਲਾ ਇੱਕ ਪੀੜ੍ਹੀ ਦੂਜੀ ਪੀੜ੍ਹੀ ਤੋਂ ਬਿਨਾਂ ਕਿਸੇ ਉਚੇਚ ਤੇ ਸਿੱਖਦੀ ਹੈ, ਇਸ ਲਈ ਇਹ ਚਿੱਤਰ ਅਚੇਤ ਮਨ ਦੀ ਸਿਰਜਣਾ ਹੁੰਦੀ ਹੈ।
ਪੰਜਾਬ ਦੀ ਲੋਕ ਕਲਾ ਵਿੱਚ ਬਾਗ ਫੁਲਕਾਰੀ ਦੀ ਕਢਾਈ ਦੀ ਵਿਸ਼ੇਸ਼ ਥਾਂ ਰਹੀ ਹੈ। ਠੀਕ ਹੈ, ਅਸੀਂ ਅੱਜ ਵੀ ਦੇਖਦੇ ਹਾਂ ਕੁੜੀਆਂ ਇਸਤਰੀਆਂ ਜਿਹੜੀਆਂ ਨੇ ਬਹੁਤ ਸ਼ੌਂਕ ਨਾਲ ਫੁਲਕਾਰੀ ਓੜਦੀਆਂ ਨੇ, ਕਿਉਂਕਿ ਇਹ ਸਾਡਾ ਇੱਕ ਜਿਹੜੇ ਸਾਡੇ ਕਲਚਰ ਨੂੰ ਸ਼ੋਅ ਕਰਦੀਆਂ ਨੇ। ਠੀਕ ਹੈ, ਫੋਰਨ ਕੰਟਰੀ 'ਚ ਵੀ ਆਪਾਂ ਦੇਖਦੇ ਹਾਂ ਕਿ ਉੱਥੋਂ ਦੇ ਜਿਹੜੇ ਰਹਿਣ ਵਾਲੇ ਪੰਜਾਬੀ ਨੇ ਫੁਲਕਾਰੀ ਦੁਪੱਟੇ ਨੂੰ ਓੜਦੇ ਨੇ। ਠੀਕ ਹੈ, ਪੰਜਾਬੀ ਸੂਟ ਵਗੈਰਾ ਪਾ ਕੇ ਉਹ ਸਾਡੇ ਪੰਜਾਬੀ ਕਲਚਰ ਨੂੰ ਉੱਥੇ ਸ਼ੋਅ ਕਰਦੇ ਨੇ। ਠੀਕ ਹੈ, ਇਹ ਜਿਹੜੀ ਕਲਾ ਵਾ ਯਾਨੀ ਕਿ ਬਾਗ ਫੁਲਕਾਰੀ ਦੀ ਜਿਹੜੀ ਵਿਸ਼ੇਸ਼ ਮੰਨੀ ਗਈ ਹੈ, ਇਸਦੀ ਜਿਹੜੀ ਰੰਗਾਈ ਹੈ, ਕਿਤੇ ਖੱਦਰ ਦੇ ਕੱਪੜੇ ਉੱਤੇ ਚੌਰਸ ਤਿਕੋਣੇ 6 ਕਲੀਏ 8 ਕਲੀਏ ਜਾਂ ਚੌਪੜ ਦੇ ਖਾਨਿਆਂ ਦੇ ਨਮੂਨਿਆਂ ਉੱਤੇ ਇਸ ਤਰ੍ਹਾਂ ਦੇ ਵਿਉਂਤ ਤੇ ਰੰਗ ਬਿਰੰਗੇ ਧਾਗਿਆਂ ਨਾਲ ਕਢਾਈ ਕੀਤੀ ਜਾਂਦੀ ਹੈ ਕਿ ਕੱਪੜੇ ਦੀ ਕਢਾਈ ਤੋਂ ਬਿਨਾਂ ਕੋਈ ਖਾਲੀ ਥਾਂ ਨਹੀਂ ਦਿਸਦੀ। ਕਢਾਈ ਲਈ ਗੂੜ੍ਹੇ ਰੰਗ ਦਾ ਰੇਸ਼ਮੀ ਧਾਗਾ ਵਰਤਿਆ ਜਾਂਦਾ ਹੈ। ਬਾਗ ਦੀ ਕਢਾਈ ਮੁਕੰਮਲ ਕਰਨ ਸਮੇਂ ਇੱਕ ਨੁੱਕਰ ਤੇ ਥੋੜ੍ਹੀ ਜਿਹੀ ਖਾਲੀ ਥਾਂ ਛੱਡ ਕੇ ਕਾਲੇ ਰੰਗ ਦੇ ਧਾਗੇ ਨਾਲ ਇੱਕ ਨਿੱਕੀ ਜਿਹੀ ਬੂਟੀ ਕੱਢੀ ਜਾਂਦੀ ਹੈ ਤਾਂ ਕਿ ਕਢਾਈ ਦੇ ਨਮੂਨੇ ਕਿਸੇ ਦੀ ਨਜ਼ਰ ਨਾ ਲੱਗੇ। ਠੀਕ ਹੈ, ਇਸਤਰੀਆਂ ਉਸ ਟਾਈਮ 'ਤੇ ਵੀ ਇਹ ਚੀਜ਼ ਕਰਦੀਆਂ ਸੀਗਾ ਕਿ ਸਾਡੀ ਕੱਢੀ ਹੋਈ ਚੀਜ਼ ਨੂੰ ਨਜ਼ਰ ਨਾ ਲੱਗੇ। ਫੁਲਕਾਰੀ ਦੀ ਕਢਾਈ ਰੰਗਾਈ ਅਤੇ ਖੱਦਰ ਦੇ ਕੱਪੜਿਆਂ ਦੇ ਬੂਟਿਆਂ ਦੇ ਨਮੂਨੇ ਦੇ ਵਜੋਂ ਤੇ ਕੱਪੜੇ ਦੇ ਪੁੱਠੇ ਪਾਸਿਓਂ ਧਾਗ ਗਿਣ ਕੇ ਕੀਤੀ ਜਾਂਦੀ ਸੀ। ਫੁਲਕਾਰੀ ਦਾ ਹੁਨਰ ਲੋਕ ਕਲਾ ਦੀ ਸਿਖਰ ਮੰਨਿਆ ਜਾਂਦਾ ਹੈ। ਫੁਲਕਾਰੀ ਦੇ ਲਈ ਨਮੂਨੇ ਪ੍ਰਚਲਿਤ ਹਨ, ਜਿਨ੍ਹਾਂ ਵਿੱਚ ਚੋਪ, ਸੁਬਰ, ਤਲਪਿੱਤਰ ਅਤੇ ਨੀਲਕ ਆਦਿ ਪ੍ਰਸਿੱਧ ਹਨ। ਯਾਨੀ ਕਿ ਮੇਨ ਆਪਾਂ ਤੁਸੀਂ ਸਿਰਫ ਇੰਨਾ ਯਾਦ ਰੱਖ ਸਕਦੇ ਹੋ ਕਿ ਇਹ ਜਿਹੜੀ ਆ ਸਾਡੀ ਵਿਸ਼ੇਸ਼ ਹੈ। ਠੀਕ ਹੈ, ਬਾਗ ਫੁਲਕਾਰੀ ਸਾਡੇ ਲਈ ਵਿਸ਼ੇਸ਼ ਹੈ। ਠੀਕ ਹੈ, ਅਗਰ ਇਹਦੇ ਵਿੱਚ ਦੋ ਹੋਰ ਦੁਪੱਟੇ ਆ ਜਾਂਦੇ ਨੇ, ਚੋਬ ਤੇ ਸੁਬਰ, ਜਿਹੜੇ ਕਿ ਵਿਆਹਾਂ ਦੇ ਸਮੇਂ ਲਏ ਜਾਂਦੇ ਨੇ। ਠੀਕ ਹੈ, ਚੋਬ ਤੇ ਸੁਬਰ ਹੁੰਦੇ ਨੇ, ਚੋਬ ਤੇ ਸੁਬਰ ਇਹ ਦੋ ਦੁਪੱਟੇ ਨੇ ਜਿਹੜੇ ਕਿ ਵਿਆਹੀਆਂ ਕੁੜੀਆਂ ਜਿਹੜੀਆਂ ਵਾ ਇਹ ਆਪਣੇ ਵਿਆਹ ਦੇ ਟਾਈਮ 'ਤੇ ਜਿਹੜੀਆਂ ਸੀਗੀਆਂ ਓੜਦੀਆਂ ਸੀਗੀਆਂ ਚੋਬ। ਠੀਕ ਹੈ, ਚੋਬ ਤੇ ਸੁਬਰ ਸੀਗੀਆਂ। ਠੀਕ ਹੈ, ਇੱਥੇ ਵਿੱਚ ਵੈਸੇ ਪੁਆਇੰਟ ਇਨਕਲੂਡ ਹੋਣਾ ਚਾਹੀਦਾ ਸੀਗਾ ਚੋਬ ਤੇ ਸੁਬਰ ਜੋ ਹੈ। ਆਈ ਥਿੰਕ ਥੋੜ੍ਹਾ ਗਲਤ ਮਿਸਟੇਕ ਹੋਈ ਜਾ ਰਹੀ ਹੈ ਲਿਖਣ ਦੇ ਵਿੱਚ, ਬਟ ਆਈ ਹੋਪ ਤੁਹਾਨੂੰ ਇਹ ਦੋ ਇੰਪੋਰਟੈਂਟ ਨੇਮ ਯਾਦ ਹੋਣਗੇ। ਐਂਡ चौप ਤੇ सुबर तो अलावा ये रहा, आई एम सॉरी मुझे दिखानी था सबसे पहले चौप। सो आई एम सॉरी स्टूडेंट, मैंने पहले नोटिस नहीं किया था। ये देखो चौप और सुबर, ये इम्पॉर्टेंट है इसलिए मैं करवा रही हूँ कि चौप और सुबर, तिल पत्तर ਅਤੇ नीलक, मतलब कि आपको 3-4 दुपट्टों का नाम तो याद होना ही चाहिए। शॉर्ट में भी पूछ सकते हो और आपको ये मतलब पूछ भी सकते हैं। ठीक है, 2 to 3 मार्क्स में क्वेश्चन, तो आप इसको जो है ਪੁਆਇੰਟਸ में ऐसे याद रखते हो कि जैसे ਇਹ ਕੱਪੜੇ ਦੇ ਪੁੱਠੇ ਪਾਸੇ ਉਹ ਧਾਗੇ ਗਿਣ ਕੇ ਇਹਨਾਂ ਦੀ ਜਿਹੜੀ ਆ ਕਢਾਈ ਕੀਤੀ ਜਾਂਦੀ ਹੈ। ਗੂੜੇ ਰੰਗ ਦੇ ਰੇਸ਼ਮੀ ਧਾਗੇ ਵਰਤੇ ਜਾਂਦੇ ਨੇ। ਰੰਗਦਾਰ ਖੱਦਰ ਤੇ ਚੌਰਸ ਤਿਕੋਣੇ 6 ਕਲੀਆਂ 8 ਕਲੀਆਂ ਦੇ ਨਮੂਨੇ। ਬਾਗ ਦੀ ਕਢਾਈ ਵਿਸ਼ੇਸ਼ ਲੋਕ ਕਲਾ ਦੀ ਵਿਸ਼ੇਸ਼ ਕਿਸਮ। ਠੀਕ ਹੈ, ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ। ਫੁਲਕਾਰੀ ਦੀ ਕਢਾਈ ਦੇ ਹੁਨਰ ਨੂੰ ਲੋਕ ਕਲਾ ਦਾ ਸਿਖਰ ਕਿਉਂ ਮੰਨਿਆ ਜਾਂਦਾ ਹੈ? ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਖੱਦਰ ਦੇ ਕੱਪੜੇ ਦੇ ਪੁੱਠੇ ਪਾਸੇ ਆਪਾਂ ਕੀਤੇ ਜਾਂਦੇ ਨੇ। ਕਾਫੀ ਜੋ ਨੇ ਲਿਸ਼ਕਣੇ ਧਾਗੇ ਦੇ ਵਿੱਚ, ਜਿਨ੍ਹਾਂ ਵਿੱਚ ਕਾਫੀ ਸਾਰੇ ਨਮੂਨੇ ਪ੍ਰਚਲਿਤ ਨੇ, ਜਿਵੇਂ ਕਿ ਚੌਪ, ਸੁਬਰ, ਤਿਲ पत्तर ਅਤੇ नीलक आदि। ठीक है, वो वहाँ पर चौब था। ठीक है, मुझे थोड़ी सी कंफ्यूजन हो गई थी, तो ये चौप है। ठीक है, तो ये तो मैंने आपको पहले ही बता दिया कि चौप और सुबर क्यों इम्पोर्टेंस होती है। ठीक है, शादी के टाइम पे ये ली जाती हैं जो। ठीक है, तब जो था नान के छक के रूप में इनको मिलती हैं लड़की को जिसकी शादी होती है। ठीक है, तिल पत्रा ते नीलक, ये भी ज़्यादा इंपॉर्टेंट नहीं है, बट आपको इसको अपनी बुक में देख सकते हो, मतलब कि आप इनके नाम याद रख सकते हो कि हाँ ऐसे होती है। घूंघट भी जो है एक वो है दुपट्टे का ही वो रूप है, हमारी फुलकारी की किस्म में ही आ जाता है। ठीक है, उसकी भी जो है कढ़ाई खद्दर के कपड़े से संबंधित होती है और जो है इस लाल रंग दे मुलायम खद्दर दे इस्तेमाल की जाती, मतलब कि ये सारा ऐसे मतलब वो फुलकारी बन जाती थी। ठीक है, ये मेन है फुलकारी की सारी किस्में। तिल पत्रा ते नीलक, घूंघट, बाग, चौप ते सुबर, नीलक ते छमास। ठीक है,
ठीक है। उसके बाद हमारे पास क्वेश्चन आ जाता है कि बाग फुलकारी तो इलावा इस्त्रियां ने होर किहड़ी लोक कला की सिरजना की है। ठीक है, सो ये ज़्यादा इंपॉर्टेंट नहीं है, आप इसको जस्ट एज रीड कर सकते हो। ठीक है, कि उन्होंने जो थी ये सारी चीज़ें बनाई, जैसे कि दरियाँ, नलियाँ, नालियाँ, नवार आदि, खेस वगैरह। ठीक है, ये आप पढ़ सकते हो। ठीक है, ਪੱਖੀਆਂ, ਝੂਲਿਆਂ ਅਤੇ ਰੁਮਾਲ, ਜਿੱਦਾਂ ਕਿ ਉੱਤੇ ਅੱਜ ਕੱਲ੍ਹ ਵੀ ਅਗਰ ਅਸੀਂ ਦੇਖਦੇ ਹਾਂ ਪੁਰਾਣੇ ਟਾਈਮ 'ਤੇ ਜਦੋਂ ਪੱਖੀਆਂ ਹੁੰਦੀਆਂ ਸੀਗੀਆਂ ਉਹਨਾਂ 'ਤੇ ਕਢਾਈ ਕੀਤੀ ਜਾਂਦੀ ਸੀ, ਝੋਲਿਆਂ 'ਤੇ ਰੁਮਾਲਿਆਂ 'ਤੇ ਜਿਹੜੀ ਸੀਗੀ ਕਢਾਈ ਕੀਤੀ ਜਾਂਦੀ ਸੀਗੀ। ਠੀਕ ਹੈ, ਬਹੁਏ ਗੋਟੇ, ਇਹ ਤੁਸੀਂ ਜਿਹੜੇ ਰੀਡ ਕਰ ਸਕਦੇ ਹੋ ਕਿ ਜਿਹੜੀ ਬਹੁਏ ਗੋਟੇ ਕੀ ਹੁੰਦੇ ਨੇ, ਇਹ ਇੰਪੋਰਟੈਂਟ ਨੇ। ਕਿਵੇਂ, ਇਹ ਗਾਚਨੀ ਜਾਂ ਮੁਲਤਾਨੀ ਮਿੱਟੀ ਵਿੱਚ ਕਾਗਜ਼ ਜਾਂ ਗੱਤਾ ਰਲਾ ਕੇ, ਠੀਕ ਹੈ, ਉਹਨਾਂ ਨੂੰ ਇੱਕਦਮ ਲਿਕੁਇਡ ਬੇਸ ਕਰਕੇ एकदम, ठीक है, एक जो है एक उसको क्या बोलते हैं हम, सॉल्यूशन सा वो क्रिएट कर देते हैं। ठीक है, और बहुए गोटे पंजाब की लोक कथा का एक महत्वपूर्ण हिस्सा है। ठीक है, सो ऐसे आप फिगर्स याद रखते हो। तो नवरात्रियों के दिन दौरान कुड़ियां वालों बनाई गई मिट्टी की मूर्तियां बारे भरपूर जानकारी दो। मतलब कि जैसे स्त्रियां देखा था कि हमने पहले पढ़ा कि वो दीवारों पर जो था मूर्तियां बनाती थी, वैसे जब नवरात्रे होते थे तो वो सांझी माई या अहोई देवी की जो थी मूर्तियां बनाती थी, उनकी विशेष महत्ता होती थी। ठीक है, कुछ दिन पहले ऐसे गिल्ली मिट्टी करके टिक्कियाँ या चंदुए जिसको हम बोलते हैं रख लेती थी, और जो थे उसको कंधा के उपर जो कि गोहे दे नाल, ठीक है, ਉਹਦੇ ਨਾਲ ਲਗਾ ਕੇ ਸਾਂਝੀ ਮਾਈ ਦੀ ਜਿਹੜੀਆਂ ਮੂਰਤੀਆਂ ਬਣਾਉਂਦੀਆਂ ਸੀਗੀਆਂ। ਠੀਕ ਹੈ, ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਕਾਫੀ ਉਸ ਤੋਂ ਬਾਅਦ ਜਿਹੜਾ ਕੀ ਹੈ, ਉਸ ਜੋ ਹੈ ਮੂਰਤੀ ਦੇ ਉੱਪਰ ਉਹ ਕੀ ਕਰਦੀ ਸੀਗੀ, ਸਾਂਝੀ ਦੇਵੀ ਅਤੇ ਹੋਰ ਉਹਨਾਂ ਦੇ ਅੱਗੇ ਜੋ ਸੀਗੀਆਂ ਦੀਵੇ ਜਗਾਉਂਦੀਆਂ ਸਨ। ਠੀਕ ਹੈ, ਮੱਥਾ ਟੇਕਦੀਆਂ ਸਨ ਅਤੇ ਦੁਸ਼ਹਿਰੇ ਵਾਲੇ ਦਿਨ ਕੰਧ ਦੀ ਮੂਰਤੀ ਉਕੇਰ ਕੇ, ਦੁਸ਼ਹਿਰੇ ਵਾਲੇ ਦਿਨ ਉਹ ਕੰਧ 'ਤੇ ਬਣਾਈ ਹੋਈ ਮੂਰਤੀ ਉਤਾਰ ਕੇ ਖੇਤਰੀ ਪਾਣੀ ਵਿੱਚ ਰੋੜ ਦਿੰਦੀਆਂ ਸਨ। ਇਵੇਂ ਹੀ ਇਸਤਰੀਆਂ ਜਿੱਥੇ ਸ਼ਤੀਰਾ ਅਤੇ ਕੜੀਆਂ ਥੱਲੇ ਕੰਧਾਂ ਉੱਤੇ ਨੀਲ, ਸਿੰਗਰਫ, ਪੀਲੀ ਮਿੱਟੀ, ਕਾਲਕ ਜਾਂ ਹਿਰ ਮਿਰਚੀ ਨਾਲ ਕਈ ਪ੍ਰਕਾਰ ਦੇ ਨਮੂਨੇ ਵਾਹੁੰਦੀਆਂ ਸਨ। ਠੀਕ ਹੈ, ਉੱਥੇ ਕੱਤਕ ਦੇ ਮਹੀਨੇ ਵਿੱਚ ਕੀ ਕੀਤਾ ਜਾਂਦਾ ਸੀ, ਅਹੋਈ ਦੀ ਮੂਰਤੀ ਵੀ ਕੰਧ ਉੱਪਰ ਉਲੀਕਦੀ ਸਨ ਅਤੇ ਇਸ ਮੂਰਤੀ ਨੂੰ ਵੀ ਕਈ ਪ੍ਰਕਾਰ ਦੇ ਚਿੱਤਰਾਂ ਨਾਲ ਸਜਾਇਆ ਜਾਂਦਾ ਹੈ। ਪੰਜਾਬ ਦੀ ਲੋਕ ਕਲਾ ਨੂੰ ਅਨੇਕਾਂ ਰੂਪਾਂ ਵਿੱਚ ਆਪਾਂ ਦੇਖਦੇ ਹਨ। ठीक है, सो ये था सारा चैप्टर। आई होप कि आपको अच्छी तरह से समझ आ गया होगा। अगर अच्छा लगा तो प्लीज़ लाइक ज़रूर करना, एंड थैंक्स फॉर वॉचिंग। बाय बाय एंड टेक केयर।